ਗੁਰੂ ਨਾਨਕ ਦੇਵਾ। ਓੰਕਾਰ ਅੰਗਦ ਅਭੇਵਾ। ਸਤਨਾਮ ਗੁਰ ਅਮਰ ਪਿਆਰੇ। ਕਰਤਾ ਰਾਮਦਾਸ ਗੁਰ ਵਾਰੇ। ਪੁਰਖ ਸ੍ਰੀ ਅਰਜੁਨ ਗਤ ਬਾਨੀ। ਨਿਰਭਉ ਹਰਿ ਗੋਬਿੰਦ ਵਖਾਨੀ। ਨਿਰਵੈਰ ਸ੍ਰੀ ਗੁਰੂ ਹਰਿ ਰਾਏ। ਅਕਾਲ ਮੂਰਤ ਸ੍ਰੀ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਈ। ਸਹਿ ਭੰਗ ਗੁਰ ਦਸ਼ਮੇਸ਼ ਸਹਾਏ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ। ਵਾਹਿਗੁਰੂ ਬੰਦਨ ਭਗਵਾਨਾ। ਸ੍ਰੀ ਨਾਨਕ ਪੁਰਸ਼ੋਤਮੰ ਪਰੰਪਰਾ ਵਰਨਾਥ। ਯੁਗਲ ਚਰਨ ਮਮ ਬੰਦਨਾ। ਧਰ ਪਰ ਧਰ ਕਰਨਾਥ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਹਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਭਾਸ ਨਾ ਭਰਿਆ ਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ। ਮੂਕ ਉਚਰਹਿ ਸ਼ਾਸਤਰ ਖਟ। ਪਿੰਗ ਗਿਰਨ ਚੜ ਜਾਹੇ। ਅੰਧ ਲਖੈ ਬਦਰੋ ਸੁਨੈ। ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ। ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਤੁਮਰੀ ਸਰਣ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ। ਰਾਖਹੁ ਰਾਖਨ ਹਾਰ ਦਇਆਲਾ। ਨਾਨਕ ਘਰ ਕੇ ਦੁਲੇ। ਰਾਖਹੁ ਰਾਖਨ ਹਾਰ ਦਇਆਲਾ। ਨਾਨਕ ਘਰ ਕੇ ਦੁਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਕੋਇ ਨਾ ਪਿਟਿਓ ਜਾਏ। ਪਹਿਲਾ ਸੁੱਚਾ ਆਪ ਹੋਏ। ਸੁੱਚਾ ਬੈਠਾ ਆਏ। ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ। ਬੜੀ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਬੜੀ ਕਿਰਪਾ ਮਿਹਰਾਮਤ ਕੀਤੀ ਹੈ। ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ੇ ਹਨ। ਗੁਰਮੁਖ ਜਨਾਂ ਨੇ ਬੜੇ ਪ੍ਰੇਮ ਸਤਿਕਾਰ ਭਾਵ ਭਾਵਨੀ ਦੇ ਨਾਲ ਅੰਮ੍ਰਿਤ ਸਰੂਪ ਅਕਾਲੀ ਬਾਣੀ ਸ੍ਰੀ ਨਿਤਨੇਮ ਗੁਰਬਾਣੀ ਦੇ ਜਾਪ ਆਪ ਸੰਗਤ ਨੂੰ ਸਰਵਣ ਕਰਵਾਏ ਹਨ। ਆਪ ਸੰਗਤ ਨੇ ਬੜੇ ਪ੍ਰੇਮ ਦੇ ਵਿੱਚ ਭਿੱਜ ਕੇ ਗੁਰਬਾਣੀ ਸਰਵਣ ਕੀਤੀ ਹੈ। ਬੜਾ ਸਮਾਂ ਵਡਭਾਗੀ ਹੈ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਵਿਚਰਨ ਦਿਆ ਹੈ। ਬੜੀ ਸਤਿਗੁਰਾਂ ਨੇ ਕਿਰਪਾ ਮਿਹਰਾਮਤ ਕੀਤੀ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟੇ। ਆਪਣੀ ਧੁਰ ਦੀ ਗੁਰਬਾਣੀ ਬਖਸ਼ ਕੇ ਅਕਾਲ ਪੁਰਖ ਦੀ ਬਾਣੀ ਬਖਸ਼ ਕੇ
ਸਾਡੇ ਜੀਵਾਂ ਤੇ ਕਿਰਪਾ ਮਿਹਰਾਮਤ ਕੀਤੀ, ਸਾਡਾ ਸੰਸਾਰ ਆਵਾਗਾਉਣੀ ਮੇਟ ਕਰ। ਐਸਾ ਪੰਥ ਬਖਸ਼ ਦਿੱਤਾ ਮਹਾਰਾਜ ਸਾਹਿਬ ਜੀ ਨੇ, ਜਿਹਦੀ ਕੋਈ ਰੀਸ ਹੀ ਨਹੀਂ ਕਰ ਸਕਦਾ। ਆਓ ਐਸੇ ਪੰਥ ਦੇ ਵਿੱਚ ਜੋ ਸਤਿਗੁਰਾਂ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਆ, ਸੱਚੇ ਦੇ ਲੜ ਲਾਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ। ਗੁਰੂ ਗ੍ਰੰਥ ਸਾਹਿਬ ਜੀ ਜੋ ਉਪਦੇਸ਼ ਬਖਸ਼ਦੇ ਨੇ, ਲੜੀਵਾਰ ਕਥਾ ਸ੍ਰੀ ਆਸਾ ਜੀ ਕੀ ਵਾਰ ਕੀ ਜੋ ਮਹਾਰਾਜ ਸਾਹਿਬ ਜੀ ਨੇ ਪ੍ਰਾਰੰਭ ਕਰਵਾਈ ਹੈ, ਆਓ ਗੁਰਬਾਣੀ ਦੇ ਵਿਚਾਰ ਦੇ ਨਾਲ ਜੁੜੀਏ, ਮਨੋ ਬਿਰਤੀਆਂ ਨੂੰ ਇਕਾਗਰ ਕਰੀਏ। 18 ਪੌੜੀਆਂ ਦੀ ਸਲੋਕਾਂ ਦੀ ਵਿਚਾਰ ਆਪ ਸੰਤ ਨੇ ਸਰਵਣ ਕੀਤੀ ਹੈ। 19ਵੀਂ ਪੌੜੀ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਨਿਵਾਈਏ, ਮਹਾਰਾਜ ਸਾਹਿਬ ਜੀ ਦਾ ਧਿਆਨ ਧਰੀਏ। ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਜਗਤ ਸੁਆਮੀ, ਜਗਤ ਦੇ ਉਧਾਰ ਕਰਤਾ, ਜਗਤ ਜਲੰਦੇ ਨੂੰ ਠਾਰਨ ਵਾਲੇ, ਖੁਦ ਖੁਦਾ ਪਰਮੇਸ਼ਵਰ, ਧੰਨ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਪਰਮਾਤਮਾ। ਜਿਨ੍ਹਾਂ ਦੀ ਬਾਬਤ ਵਿਦਵਾਨ ਜਨ ਕਥਨ ਕਰਦੇ ਨੇ, ਤਾਰੇ ਗਿਨੇ ਜਾਤ ਹੈ, ਗੁਰੂ ਨਾਨਕ ਤਾਰੇ ਨਾ ਗਿਨਾਤ। ਕਹਿੰਦੇ ਧਰਤੀ ਮੰਡਲ ਦੇ ਉੱਤੇ ਆਕਾਸ਼ ਦੇ ਵਿੱਚ, ਬ੍ਰਹਿਮੰਡ ਦੇ ਵਿੱਚ ਜਿੰਨੇ ਤਾਰੇ ਨੇ ਨਾ, ਕੋਈ ਇਹ ਤੇ ਗਿਣ ਸਕਦਾ ਹੈ? ਹਜੇ ਤਾਂ ਕਿਸੇ ਕੋ ਗਿਣੇ ਨਹੀਂ ਗਏ ਤਾਰੇ, ਪਰ ਵਿਦਵਾਨ ਲਿਖਦਾ ਹੈ ਕਿ ਕੋਈ ਤਾਰੇ ਵੀ ਗਿਣ ਸਕਦਾ ਹੈ। ਪਰ ਗੁਰੂ ਨਾਨਕ ਤਾਰੇ ਨਾ ਗਿਨਾਤ। ਜਿੰਨੇ ਗੁਰੂ ਨਾਨਕ ਨੇ ਜੀਵ ਤਾਰਤੇ ਨਾ ਭਾਈ, ਉਹ ਨਹੀਂ ਕੋਈ ਦੱਸ ਸਕਦਾ। ਪਤਾ ਨਹੀਂ ਕਿੰਨਿਆਂ ਦਾ ਉਧਾਰ ਕਰਤਾ ਗੁਰੂ ਨਾਨਕ ਨੇ, ਅੰਤ ਹੀ ਨਹੀਂ ਕੋਈ। ਐਸੇ ਹਨ ਸ਼੍ਰੋਮਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ। ਸ੍ਰੀ ਆਸਾ ਜੀ ਕੀ ਵਾਰ ਕੇ ਅੰਦਰ, ਪਾਵਨ ਗੁਰਬਾਣੀ ਦੇ ਅੰਦਰ ਪਾਵਨ ਉਪਦੇਸ਼ ਬਖਸ਼ਦੇ ਹਨ। ਪਹਿਲਾ ਸੁੱਚਾ ਆਪ ਹੋਏ, ਸੁੱਚਾ ਬੈਠਾ ਆਏ। ਕਾਨਪੁਰੇ ਦੀ ਧਰਤੀ ਹੈ, ਜਗਤ ਜਲੰਦੇ ਨੂੰ ਤਾਰਦੇ ਹੋਏ ਮਹਾਰਾਜ ਸਾਹਿਬ ਜੀ ਕਾਨਪੁਰੇ ਦੀ ਧਰਤੀ ਤੇ ਬਿਰਾਜਮਾਨ ਹਨ। ਥੋੜੀ ਕੁ ਦੂਰ ਇੱਕ ਮਲੀਨ ਜਗ੍ਹਾ ਹੈ, ਕਹੀਏ ਕਿ ਜਿੱਥੇ ਵਿਸਟਾ ਪਈ। ਜਿਹੜਾ ਵੀ ਉੱਥੋਂ ਲਾਗਿਓਂ ਦੀ ਲੰਘਦਾ ਹੈ, ਥੋਕੇ ਲੰਘਦੇ ਹਨ ਸਾਰੇ। ਬੜੀ ਬਦਬੂ ਆਉਂਦੀ ਹੈ ਉਹ ਜਗ੍ਹਾ ਤੋਂ। ਮਲੀਨ ਜਗ੍ਹਾ ਹੈ, ਗੰਦੀ ਜਗ੍ਹਾ ਮੰਨੀ ਜਾਂਦੀ ਹੈ। ਭਾਈ ਮਰਦਾਨਾ ਜੀ ਪੁੱਛਣ ਲੱਗੇ ਕਿ ਮਹਾਰਾਜ ਸਾਹਿਬ ਜੀ, ਇਹ ਸਾਰੇ ਲੋਕ ਥੁੱਕ ਕੇ ਕਿਉਂ ਲੰਘਦੇ ਨੇ? ਜਿਹੜਾ ਕੋਈ ਲੰਘਦਾ, ਕੋਈ ਨੱਕ ਘੁੱਟੀ ਜਾਂਦਾ ਏ, ਕੋਈ ਥੁੱਕ ਕੇ ਲੰਘਦਾ ਏ, ਇੱਥੇ ਥੁੱਕਦੇ ਕਿਉਂ ਨੇ? ਸਤਿਗੁਰੂ ਜੀ ਫਰਮਾਨ ਕਰਨ ਲੱਗੇ ਕਿ ਮਰਦਾਨਿਆਂ, ਇਹ ਉਹਨਾਂ ਦੇ ਮੂੰਹਾਂ ਵਿੱਚ ਥੁੱਕਦੇ ਨੇ ਜਿਹੜੇ ਨਾਮ ਨਹੀਂ ਜਪਦੇ। ਜਿਹੜੇ ਨਾਮ ਨਹੀਂ ਨਾ ਜਪਦੇ, ਇਹ ਸਾਰਾ ਥੁੱਕ ਉਹਨਾਂ ਦੇ ਮੂੰਹਾਂ ਦੇ ਵਿੱਚ ਜਾਂਦਾ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਮਹਾਰਾਜ ਸਾਹਿਬ ਜੀ, ਉੱਥੇ ਤੇ ਕੋਈ ਮਨੁੱਖ ਨਹੀਂ ਬੈਠਾ, ਆਪ ਜੀ ਕਿਰਪਾ ਮਿਹਰਾਮਤ ਕਰਕੇ ਦੱਸੋ ਕਿ ਆਪ ਜੀ ਦਾ ਬਚਨ ਕਿਵੇਂ ਹੈ? ਤੁਸੀਂ ਆਖਿਆ ਜਿਹੜੇ ਨਾਮ ਨਹੀਂ ਜਪਦੇ, ਇਹ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ। ਹੁਣ ਤੁਸੀਂ ਕਿਰਪਾ ਮਿਹਰਾਮਤ ਕਰਕੇ ਦੱਸੋ। ਪਹਿਲਾ ਸੁੱਚਾ ਆਪ ਹੋਏ, ਸੁੱਚਾ ਬੈਠਾ ਆਏ। ਸਤਿਗੁਰੂ ਜੀ ਕਹਿੰਦੇ, ਜਿਵੇਂ ਇੱਕ ਬ੍ਰਾਹਮਣ ਹੈ, ਕਰਮਕਾਂਡੀ ਬ੍ਰਾਹਮਣ, ਪਹਿਲਾਂ ਤੇ ਉਹ ਆਪ ਇਸ਼ਨਾਨ ਕਰਦਾ ਹੈ,
ਸਰੀਰ ਦੀ ਕਿਰਿਆ ਨੂੰ ਸ਼ੁੱਧ ਕਰਦਾ ਹੈ, ਸੁੱਚਾ ਹੋ ਗਿਆ। ਸੁੱਚਾ ਬੈਠਾ ਆਏ। ਫਿਰ ਜਿਹੜਾ ਚੌਂਕਾ ਬਣਾਇਆ ਸੀ ਉਸਨੇ, ਉੱਥੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਕੇ ਬਹਿ ਗਿਆ। ਸੁੱਚੇ ਅੱਗੇ ਰੱਖਿਓਨ ਕੋਈ ਨਾ ਭਟਿਓ ਜਾਏ। ਫਿਰ ਰਸੋਈਏ ਨੇ ਕੀ ਕੀਤਾ ਕਿ ਜਿਹੜਾ ਚੌਂਕੇ ਦੇ ਵਿੱਚ ਬ੍ਰਾਹਮਣ ਬੈਠਾ ਸੀ ਉਹਦੇ ਅੱਗੇ ਸੁੱਚੇ ਬਰਤਨ ਰੱਖ ਦਿੱਤੇ, ਪਵਿੱਤਰ ਚੰਗੀ ਤਰ੍ਹਾਂ ਧੋ ਮਾਂਜ ਕੇ ਬਰਤਨ ਉਹਦੇ ਬ੍ਰਾਹਮਣ ਦੇ ਅੱਗੇ ਰੱਖ ਦਿੱਤੇ। ਕੋਈ ਨਾ ਭਿੱਟਿਓ ਜਾਏ। ਤੇ ਚੌਂਕੇ ਦੇ ਆਸੇ ਪਾਸੇ ਇੱਕ ਲੀਕ ਖਿੱਚ ਦਿੱਤੀ ਕਿ ਇਹਦੇ ਲਾਗੇ ਨਾ ਕੋਈ ਹੋਣਾ। ਜੇ ਕੋਈ ਆਇਆ ਤੇ ਪ੍ਰਸ਼ਾਦਾ ਜਿਹੜਾ ਅੰਨ ਪਾਣੀ ਇਹ ਭਿੱਟਿਆ ਜਾਵੇਗਾ, ਭਾਵ ਕਿ ਅਪਵਿੱਤਰ ਹੋ ਜਾਵੇਗਾ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਪ੍ਰਮਾਣ ਕਰਦੇ ਨੇ। ਪਹਿਲਾਂ ਬ੍ਰਾਹਮਣ ਆਪ ਸੁੱਚਾ ਹੋਇਆ, ਫਿਰ ਜਿੱਥੇ ਚੌਂਕਾ ਸੀ ਉਹਨੂੰ ਸੁੱਚਾ ਕੀਤਾ, ਫਿਰ ਉਸ ਚੌਂਕੇ ਦੇ ਵਿੱਚ ਜਾ ਕੇ ਬਹਿ ਗਿਆ। ਫਿਰ ਰਸੋਈਏ ਨੇ ਬਰਤਨ ਦੇ ਦਿੱਤੇ ਬ੍ਰਾਹਮਣ ਨੂੰ ਭੋਜਨ ਛਕਣ ਦੇ ਵਾਸਤੇ। ਫਿਰ ਉਹਨਾਂ ਨੇ ਆਸੇ ਪਾਸੇ ਇੱਕ ਲੀਕ ਖਿੱਚ ਦਿੱਤੀ। ਸੁੱਚਾ ਹੋਏ ਕਹਿ ਜੀਵਿਆ ਲੱਗਾ ਪੜਨ ਸਲੋਕ। ਮਹਾਰਾਜ ਸਾਹਿਬ ਕਹਿੰਦੇ ਜਦੋਂ ਸਾਰੀ ਕਿਰਿਆ ਕਰ ਲਈ ਨਾ, ਇਸ਼ਨਾਨ ਵੀ ਕਰ ਲਿਆ, ਸੁੱਚੇ ਚੌਂਕੇ ਦੇ ਅੰਦਰ ਬਹਿ ਗਿਆ ਪਵਿੱਤਰ, ਤੇ ਪਵਿੱਤਰ ਬਰਤਨ ਅੱਗੇ ਰੱਖ ਲਏ। ਤੇ ਰਸੋਈਏ ਨੇ ਪ੍ਰਸ਼ਾਦਾ ਜਿਹੜਾ ਸੀ ਵਰਤਾਤਾ। ਤੇ ਜਦੋਂ ਕਹਿੰਦੇ ਪ੍ਰਸ਼ਾਦਾ ਛਕ ਲਿਆ, ਫਿਰ ਬ੍ਰਾਹਮਣ ਨੇ ਸ਼ਲੋਕ ਪੜ੍ਹਿਆ, ਜਿਵੇਂ ਆਪਣੇ ਵੀ ਗੁਰਸਿੱਖ ਭਾਈ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਪੜ੍ਹਦੇ ਨੇ, ਜਿਵੇਂ ਆਮ ਤੌਰ 'ਤੇ ਸੰਪਰਦਾਵਾਂ ਦੇ ਵਿੱਚ ਪੜ੍ਹਿਆ ਜਾਂਦਾ ਹੈ। ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ 5ਵਾਂ ਸ਼ਲੋਕ, 5ਵੀਂ ਅਸ਼ਟਪਦੀ ਦਾ ਸ਼ਲੋਕ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇਹ ਗੁਰਸਿੱਖ ਪ੍ਰਸ਼ਾਦਾ ਛਕਣ ਤੋਂ ਪਹਿਲੋਂ ਪੜ੍ਹਦੇ ਨੇ ਗੁਰਬਾਣੀ ਦਾ ਵਾਕ। ਇਸੇ ਪ੍ਰਕਾਰ ਹੀ ਬਾਹਮਣਾਂ ਦੇ ਵਿੱਚ ਵੀ ਰੀਤੀ ਸੀ ਕਿ ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਉਸ ਬ੍ਰਾਹਮਣ ਨੇ ਸ਼ਲੋਕ ਪੜ੍ਹਿਆ। ਕੁਹੱਥੀ ਜਾਈ ਸੱਟਿਆ ਕਿਸ ਇਹੋ ਲੱਗਾ ਦੁਖ। ਮਹਾਰਾਜ ਸਾਹਿਬ ਜੀ ਕਹਿੰਦੇ ਇੰਨਾ ਜਦੋਂ ਕੁਝ ਕਰ ਲਿਆ, ਇਸ਼ਨਾਨ ਕਰ ਲਿਆ, ਇੰਨੀ ਪਵਿੱਤਰਤਾ ਕਾਇਮ ਕੀਤੀ ਕਿ ਕੋਈ ਲਾਗੇ ਨਾ ਆ ਜੇ, ਕਿਸੇ ਦਾ ਹੱਥ ਨਾ ਲੱਗ ਜੇ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਉਹ ਪ੍ਰਸ਼ਾਦਾ ਵੀ ਛਕ ਲਿਆ ਬ੍ਰਾਹਮਣ ਨੇ, ਸ਼ਲੋਕ ਵੀ ਪੜ੍ਹ ਲਿਆ, ਪਰ ਫਿਰ ਕੀ ਹੋਇਆ? ਕੁਹੱਥੀ ਜਾਈ ਸੱਟਿਆ। ਉਸ ਪ੍ਰਸ਼ਾਦੇ ਦਾ ਜਿਹੜਾ ਰਸ ਕੱਢ ਕੇ ਮਹਾਰਾਜ ਸਾਹਿਬ ਜੀ ਕਹਿੰਦੇ ਵਿਸ਼ਟਾ ਬਣਾ ਕੇ ਸਿੱਟ ਦਿੱਤਾ ਉਹਨੂੰ। ਕਿਸ ਇਹੋ ਲੱਗਾ ਦੋਖ। ਸਤਿਗੁਰੂ ਜੀ ਕਹਿੰਦੇ ਇਹ ਦੋਖ ਕਿਸ ਨੂੰ ਲੱਗਾ? ਇਹ ਭਾਈ ਮਰਦਾਨਿਆਂ ਦੋਖ ਉਹਨਾਂ ਨੂੰ ਲੱਗਾ ਏ ਜਿਨ੍ਹਾਂ ਨੇ ਨਾਮ ਨਹੀਂ ਜਪਿਆ। ਕਿਉਂਕਿ ਜਿੱਥੇ ਸੰਗਤ ਦੀ ਵਿਸ਼ਟਾ ਪਈ ਹੋਵੇ, ਗੰਦਗੀ ਪਈ ਹੋਵੇ, ਕੋਈ ਉੱਥੋਂ ਮੂੰਹ ਸਵਾਰ ਕੇ ਨਹੀਂ ਲੰਘਦਾ, ਸਾਰੇ ਹੀ ਮੂੰਹ ਮੋੜ ਕੇ ਲੰਘਦੇ ਨੇ, ਉੱਥੋਂ ਮੂੰਹ ਪਰੇ ਕਰਕੇ ਲੰਘਦੇ ਨੇ ਕਿ ਬਦਬੂ ਆਉਂਦੀ, ਕਿੰਨੀ ਮਲੀਨ ਥਾਂ, ਗੰਦੀ ਥਾਂ ਏ, ਸਾਰੇ ਥੁੱਕ ਸੁੱਟ ਕੇ ਜਾਂਦੇ ਨੇ ਉੱਥੇ। ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਭਾਈ ਮਰਦਾਨਿਆਂ ਨਾਮ ਨਹੀਂ ਨਾ ਜਪਿਆ, ਅੰਮ੍ਰਿਤ ਨਹੀਂ ਛਕਿਆ, ਜਿਨ੍ਹਾਂ ਗੁਰੂ ਵਾਲੇ ਨਹੀਂ ਬਣੇ, ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਮੂੰਹ ਵਿੱਚ ਥੁੱਕ ਪੈਂਦੇ ਨੇ ਸਾਰੇ। ਇਹ ਜਿਹੜੇ ਦੋਸ਼ ਨੇ ਇਹ ਉਹਨਾਂ ਨੂੰ ਲੱਗਦੇ ਹਨ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾ ਪਾਇਆ ਕਿਰਤ। ਫਿਰ ਭਾਈ ਮਰਦਾਨੇ ਨੂੰ ਸਤਿਗੁਰੂ ਜੀ ਵਿਸਥਾਰ ਪੂਰਵਕ ਦੱਸਣ ਲੱਗੇ। ਮਹਾਰਾਜ ਸਾਹਿਬ ਕਹਿਣ ਲੱਗੇ ਕਿ ਅੰਨ ਦੇਵਤਾ ਹੈ ਪਹਿਲੋਂ, ਫਿਰ ਪਾਣੀ ਦੇਵਤਾ, ਕਿਉਂਕਿ ਅੰਨ ਖਾਵਾਂਗੇ ਭਾਈ ਫਿਰ ਸਰੀਰ ਦੀ ਕਿਰਿਆ ਚੱਲੇਗੀ। ਦੂਸਰੇ ਨੰਬਰ 'ਤੇ ਮਹਾਰਾਜ ਸਾਹਿਬ ਕਹਿੰਦੇ ਪਾਣੀ ਦੇਵਤਾ, ਕਿਉਂਕਿ ਜਿੰਨਾ ਸਾਡੇ ਸਰੀਰ ਦੇ ਅੰਦਰ ਖੂਨ ਬਣਦਾ ਹੈ ਪਾਣੀ ਦੇ ਨਾਲ ਬਣਦਾ। ਜੇ ਪਾਣੀ ਨਾ ਪੀਏ, ਪਾਣੀ ਗ੍ਰਹਿਣ ਨਾ ਕਰੀਏ, ਜੀਵ ਮਰ ਜਾਵੇਗਾ। ਪਾਣੀ ਪੀਣਾ ਜ਼ਰੂਰੀ ਹੈ। ਬੈਸੰਤਰ ਦੇਵਤਾ। ਫਿਰ ਤੀਸਰੇ ਨੰਬਰ 'ਤੇ ਜਿਹੜਾ ਅਗਨੀ ਦੇਵਤਾ ਹੈ, ਜਿਹੜਾ ਸਾਡੇ ਸਰੀਰ ਦੇ ਅੰਦਰ ਜਠਰਾਂਗਨ ਰੂਪ ਹੋ ਕੇ ਭੋਜਨ ਨੂੰ ਪਚਾਉਂਦਾ ਹੈ। ਲੂਣ ਕਹਿੰਦੇ ਨੇ ਉੱਤਮ ਨੂੰ, ਉੱਤਮ ਲੂਣ ਹੋਵੇ ਜਿਹੜਾ, ਲੂਣ ਨੂੰ ਬੜਾ ਪਵਿੱਤਰ ਮੰਨਿਆ ਹੈ।
ਕਹਿੰਦੇ ਜਿਹੜੀ ਰਸੋਈ ਦੇ ਵਿੱਚ ਲੂਣ ਨਾ ਹੋਵੇ ਉਹ ਰਸੋਈ ਨੂੰ ਹੀ ਭੂਤ ਰਸੋਈ ਕਿਹਾ ਜਾਂਦਾ, ਰਸੋਈ ਨਹੀਂ ਮੰਨੀ ਜਾਂਦੀ। ਵੈਦਿਕ ਗ੍ਰੰਥਾਂ ਦੇ ਅਨੁਸਾਰ ਮੰਨਿਆ ਜਾਂਦਾ ਕਿ ਉਹ ਰਸੋਈ ਹੁੰਦੀ ਨਹੀਂ ਜਿਹੜੀ ਰਸੋਈ ਵਿੱਚ ਲੂਣ ਨਾ ਪਿਆ ਹੋਵੇ, ਕਿਉਂਕਿ ਨਾ ਸੰਗਤ ਜੀ ਰਸੋਈ ਤੋਂ ਬਗੈਰ, ਲੂਣ ਤੋਂ ਬਗੈਰ ਕੋਈ ਸਬਜ਼ੀ ਬਣ ਸਕਦੀ, ਨਾ ਹੋਰ ਕੋਈ ਪ੍ਰਕਿਰਿਆ ਹੋ ਸਕਦੀ ਹੈ। ਲੂਣ ਰਸੋਈ 'ਚ ਹੋਣਾ ਜ਼ਰੂਰੀ ਹੈ। ਪੰਜਵਾਂ ਮਹਾਰਾਜ ਸਾਹਿਬ ਜੀ ਕਹਿੰਦੇ ਪਾਇਆ ਘਿਰਤ, ਜਿਵੇਂ ਪੁਰਾਤਨ ਗ੍ਰੰਥਾਂ ਦੇ ਅੰਦਰ ਆਉਂਦਾ ਏ ਭੋਜਨ ਘਿਰਤ ਬਹੀਨ, ਕਿ ਘਿਓ ਤੋਂ ਬਗੈਰ ਭੋਜਨ ਬੇਸਵਾਦਾ ਜਿਹਾ ਲੱਗਦਾ ਹੈ। ਜਿੰਨਾ ਚਿਰ ਭੋਜਨ ਦੇ ਵਿੱਚ ਘਿਓ ਨਾ ਪਾਇਆ ਜਾਵੇ, ਕਹਿੰਦੇ ਭੋਜਨ ਉਹਨਾਂ ਚਿਰ ਸੰਪੂਰਨ ਨਹੀਂ ਮੰਨਿਆ ਜਾਂਦਾ। ਪੰਜਵਾਂ ਪਾਇਆ ਘਿਰਤ, ਪੰਜਵਾਂ ਫਿਰ ਘਿਓ ਪਾਤਾ। ਤਿੰਨ ਦੇਵਤਿਆਂ ਦਾ ਸੰਗਮ ਹੋ ਗਿਆ, ਅੰਨ ਹੋ ਗਿਆ, ਪਾਣੀ ਹੋ ਗਿਆ, ਫਿਰ ਅਗਨੀ ਦੇਵਤਾ ਹੋ ਗਿਆ, ਉੱਤਮ ਲੂਣ ਹੋ ਗਿਆ, ਤੇ ਪੰਜਵਾਂ ਮਹਾਰਾਜ ਸਾਹਿਬ ਜੀ ਕਹਿੰਦੇ ਘਿਓ ਪਾਤਾ। ਤਾ ਹੁਆ ਪਾਕ ਪਵਿੱਤ। ਫਿਰ ਸਤਿਗੁਰੂ ਜੀ ਕਹਿੰਦੇ ਜਿਹੜਾ ਭੋਜਨ ਸੀ ਉਹ ਪਾਕ ਪਵਿੱਤਰ ਹੋ ਗਿਆ, ਬੜੀ ਸੁਚਮਤਾ ਵਾਲਾ ਹੋ ਗਿਆ। ਪਾਪੀ ਸਿਓ ਤਨ ਗੱਡਿਆ, ਥੁੱਕਾ ਪਈਆ ਤਿੱਤ। ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਪਾਪੀ ਦੇ ਤਨ ਨੂੰ ਲੱਗਿਆ, ਹੁਣ ਸੰਗਤ ਜੀ ਕੋਈ ਇੰਨਾ ਵਧੀਆ ਪਦਾਰਥ ਬਣਾਇਆ ਹੋਵੇ, ਬੜੀ ਮਿਹਨਤ ਲਾ ਕੇ ਪਦਾਰਥ ਬਣਾਇਆ ਹੋਵੇ, ਵਿੱਚ ਮਹਿੰਗਾ ਘਿਓ ਪਾਇਆ ਹੋਵੇ ਵਧੀਆ ਕੁਆਲਿਟੀ ਦਾ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਪਾਪੀ ਸਿਓ ਤਨ ਗੱਡਿਆ, ਜਦੋਂ ਪਾਪੀ ਨੇ ਛਕਿਆ ਨਾ ਉਹ ਭੋਜਨ, ਤੇ ਉਹ ਜਦੋਂ ਭੋਜਨ ਦੀ ਮੈਲ ਬਣਾਤੀ, ਵਿਸ਼ਟਾ ਬਣ ਗਈ ਭੋਜਨ ਦੀ, ਰਸ ਨਿਕਲ ਗਿਆ ਭੋਜਨ ਦਾ, ਮਹਾਰਾਜ ਸਾਹਿਬ ਜੀ ਕਹਿੰਦੇ ਜਿੱਥੇ ਉਹ ਵਿਸ਼ਟਾ ਡਿੱਗੀ ਉੱਥੇ ਫਿਰ ਤੁੱਕਾਂ ਹੀ ਪਈਆਂ ਭਾਈ। ਜਿਤ ਮੁਖ ਨਾਮ ਨਾ ਉਚਰਹਿ, ਬਿਨ ਨਾਵੈ ਰਸ ਖਾਹੇ। ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਮੁਖ ਤੋਂ ਨਾਮ ਨਹੀਂ ਨਾ ਉਚਰਦਾ, ਭਾਵ ਕਿ ਜਿਹੜਾ ਨਾਮ ਨਹੀਂ ਜਪਦਾ ਰੱਬ ਦਾ, ਵਾਹਿਗੁਰੂ ਦੀ ਇਬਾਦਤ ਨਹੀਂ ਕਰਦਾ, ਕਦੀ ਗੁਰੂ ਘਰ ਨਹੀਂ ਜਿਹਨੇ ਆ ਕੇ ਵੇਖਿਆ, ਮਹਾਰਾਜ ਸਾਹਿਬ ਕਹਿੰਦੇ ਬਿਨ ਨਾਵੈ ਰਸ ਖਾਹੇ, ਬਿਨਾਂ ਨਾਮ ਤੋਂ ਹੀ ਅੰਨ ਪਾਣੀ ਛਕੀ ਜਾਂਦਾ ਰੋਜ਼। ਇਹ ਨਹੀਂ ਸੋਚਿਆ ਕਿ ਜਿਹਨੇ ਇੰਨਾ ਕੁਝ ਦਿੱਤਾ ਉਹਨੂੰ ਚੇਤੇ ਵੀ ਕਰ ਲਈਏ। ਮਹਾਰਾਜ ਸਾਹਿਬ ਕਹਿੰਦੇ ਜਿਹਨੇ ਆਪਦੇ ਮੁਖ ਤੋਂ ਕਦੀ ਨਾਮ ਹੀ ਨਹੀਂ ਜਪਿਆ ਵਾਹਿਗੁਰੂ ਦਾ, ਤੇ ਬਿਨਾਂ ਨਾਮ ਤੋਂ ਹੀ ਇੰਨੇ ਰਸ ਕਸ ਖਾ ਗਿਆ। ਨਾਨਕ ਏਵੈ ਜਾਣੀਐ, ਤਿਤ ਮੁਖ ਥੁੱਕਾ ਪਾਹੇ। ਅਖੀਰਲੀ ਪੰਕਤੀ ਅੰਦਰ ਮਹਾਰਾਜ ਸਾਹਿਬ ਜੀ ਰਿਜ਼ਲਟ ਕੱਢਦੇ ਨੇ, ਨਾਨਕ ਨਾਮ ਦੀ ਮੋਹਰ ਲਾ ਕੇ ਫਰਮਾਉਂਦੇ ਨੇ ਕਿ ਏਵੈ ਜਾਣੀਐ ਤਿਤ ਮੁਖ ਥੁੱਕਾ ਪਾਹੇ। ਮਹਾਰਾਜ ਸਾਹਿਬ ਕਹਿੰਦੇ ਗੁਰਸਿੱਖੋ ਇੱਕੋ ਰਿਜ਼ਲਟ ਜਾਣ ਲਓ ਤੁਸੀਂ, ਕਿ ਜਿਹੜੀ ਉਹ ਪਾਪੀ ਨੇ ਅੰਨ ਪਾਣੀ ਛਕਿਆ ਜਿਹੜਾ, ਤੇ ਉਹਦੀ ਜਿਹੜੀ ਵਿਸ਼ਟਾ ਬਣ ਗਈ ਨਾ, ਫਿਰ ਵਿਸ਼ਟਾ ਦੇ ਉੱਤੇ ਜਿਨ੍ਹਾਂ ਜੀਵਾਂ ਨੇ ਥੁੱਕ ਸਿੱਟੇ, ਮਹਾਰਾਜ ਸਾਹਿਬ ਕਹਿੰਦੇ ਜਿਨ੍ਹਾਂ ਨੇ ਨਾਮ ਨਹੀਂ ਨਾ ਜਪਿਆ ਉਹ ਸਾਰੇ ਥੁੱਕ ਉਹਨਾਂ ਦੇ ਮੂੰਹ ਵਿੱਚ ਗਏ ਨੇ। ਇੰਨੀ ਨੀਚ ਮਹਾਰਾਜ ਸਾਹਿਬ ਜੀ ਨੇ ਅਵਸਥਾ ਦੱਸੀ ਹੈ ਜਿਹੜੇ ਨਾਮ ਨਹੀਂ ਜਪਦੇ। ਬਾਹਲਾ ਜ਼ਿਆਦਾ ਨੀਚ ਗੁਰਮਤ ਦੇ ਅਨੁਸਾਰ ਉਹਨੂੰ ਮੰਨਿਆ ਹੈ ਜਿਹੜਾ ਨਾਮ ਨਹੀਂ ਜਪਦਾ, ਜਿਹਨੂੰ ਇੰਨੇ ਸੁੱਖ ਵੀ ਪ੍ਰਾਪਤ ਨੇ, ਪਰ ਵਾਹਿਗੁਰੂ ਦਾ ਨਾਮ ਨਹੀਂ ਜਪਦਾ। ਕਦੀ ਉਹਨੇ ਨਿਤਨੇਮ ਕਰਕੇ ਪ੍ਰਸ਼ਾਦਾ ਨਹੀਂ ਛਕਿਆ ਕਿ ਪਹਿਲੋਂ ਮੈਂ ਨਿਤਨੇਮ ਕਰਾਂ ਜਿਹੜਾ ਮਹਾਰਾਜ ਦਾ ਹੁਕਮ ਹੈ, ਫਿਰ ਮੈਂ ਅੰਨ ਪਾਣੀ ਗ੍ਰਹਿਣ ਕਰਾਂ। ਮਹਾਰਾਜ ਸਾਹਿਬ ਕਹਿੰਦੇ ਉਹਨਾਂ ਦੇ ਮੂੰਹ ਦੇ ਵਿੱਚ ਇਹ ਸਾਰੇ ਥੁੱਕ ਪੈਂਦੇ ਨੇ। ਮਹੱਲਾ ਪਹਿਲਾ। ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵੀ ਆਹੂ। ਇੱਕ ਥਾਂ ਤੇ ਮਹਾਰਾਜ ਸਾਹਿਬ ਜੀ ਕੋਲ ਇੱਕ ਗੁਰਸਿੱਖ ਆ ਗਿਆ, ਸਾਰੇ ਆਪਣੇ ਪਰਿਵਾਰ ਦੇ ਨਾਲ, ਧੀਆਂ ਪੁੱਤਰ ਵੀ ਨਾਲ ਹਨ, ਘਰ ਵਾਲੀ ਵੀ ਨਾਲ ਹੈ, ਤੇ ਉਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਪਰਸਨ ਕਰਨ ਦੇ ਨੇ, ਸਤਿਗੁਰਾਂ ਤੋਂ ਨਾਮ ਦੀ ਦਾਤ ਲੈਣ ਦੇ, ਤੇ ਉੱਥੇ ਕਰਮਕਾਂਡੀ ਬ੍ਰਾਹਮਣ ਆ ਗਿਆ ਹੈ। ਉਹ ਕਰਮਕਾਂਡੀ ਬ੍ਰਾਹਮਣ ਕਹਿਣ ਲੱਗਾ ਕਿ ਮਹਾਰਾਜ ਸਾਹਿਬ ਜੀ ਤੁਸੀਂ ਇਹਨਾਂ ਨੂੰ ਮੂੰਹ ਕਿਉਂ ਲਾਇਆ, ਇਹਨਾਂ ਦੇ ਕੋਲ ਤੇ ਇਸਤਰੀਆਂ ਨੇ। ਕਿਉਂਕਿ ਸੰਗਤ ਜੀ ਬ੍ਰਾਹਮਣ ਜਾਤੀ ਦੇ ਅੰਦਰ ਇਸਤਰੀ ਜਾਤੀ ਨੂੰ ਨੀਚ ਵੀ ਸਮਝਿਆ ਜਾਂਦਾ ਸੀ ਕਿਤੇ, ਕਿਉਂਕਿ ਨਾ ਤੇ ਇਸਤਰੀ ਧੋਤੀ ਬੰਨ੍ਹ ਸਕਦੀ ਸੀ, ਨਾ ਤਿਲਕ ਲਾ ਸਕਦੀ ਸੀ, ਨਾ ਜਨੇਊ ਪਾ ਸਕਦੀ ਸੀ, ਇਸਤਰੀ ਤੇ ਕੁਝ ਵੀ ਨਹੀਂ ਕਰ ਸਕਦੀ ਸੀ ਧਰਮ ਦੀ ਪ੍ਰਕਿਰਿਆ।
ਉਹ ਬ੍ਰਾਹਮਣ ਕਹਿਣ ਲੱਗੇ ਕਿ ਮਹਾਰਾਜ ਸਾਹਿਬ ਜੀ ਤੁਸੀਂ ਇਹਨਾਂ ਨੂੰ ਕੋਲ ਕਿਉਂ ਭਾਇਆ? ਇਹ ਤੇ ਇਸਤਰੀ ਜਾਤੀ ਜਿਹੜੀ ਨੀਵੀਂ ਹੈ। ਉਸ ਬ੍ਰਾਹਮਣ ਦਾ ਪਖੰਡ ਖੰਡਣ ਦੇ ਵਾਸਤੇ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਦੇ ਹਨ। ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵੀ ਆਹੋ। ਸਤਿਗੁਰੂ ਜੀ ਕਹਿੰਦੇ ਤੁਹਾਨੂੰ ਕਿਹਨੇ ਕਹਿ ਦਿਆ ਕਿ ਇਸਤਰੀ ਜਾਤੀ ਮਾੜੀ ਹੈ? ਮਹਾਰਾਜ ਸਾਹਿਬ ਕਹਿੰਦੇ ਭੰਡ ਜੰਮੀ ਹੈ ਕਿ ਬ੍ਰਾਹਮਣ ਜੀ ਤੁਸੀਂ ਵੀ ਤੇ ਭੰਡ ਦੇ ਇਸਤਰੀ ਦੀ ਕੁੱਖ ਤੋਂ ਹੀ ਪੈਦਾ ਹੋਏ ਹੋ। ਇਸਤਰੀ ਤੇ ਜਨਮ ਦਿੰਦੀ ਹੈ, ਜਗਤ ਜਨਨੀ ਕਿਹਾ ਹੈ ਇਸਤਰੀ ਨੂੰ। ਭੰਡ ਨਿੰਮੀ ਹੈ, ਇਸਤਰੀ ਦੇ ਗਰਭ ਦੇ ਅੰਦਰ ਤੇ ਸਾਡਾ ਸਥਿਤ ਟਿਕਾ ਹੁੰਦਾ ਹੈ। ਭੰਡ ਮੰਗਣ ਵੀ ਆਹੋ। ਸਤਿਗੁਰੂ ਜੀ ਕਹਿੰਦੇ ਇਸਤਰੀ ਦੇ ਨਾਲ ਤੇ ਕੁੜਮਾਈ ਹੁੰਦੀ, ਫਿਰ ਵਿਆਹ ਹੁੰਦਾ ਹੈ। ਭੰਡਹੁ ਹੋਵੈ ਦੋਸਤੀ ਭੰਡਹੁ ਚੱਲੈ ਰਾਹੂ। ਔਰਤ ਦੇ ਨਾਲ ਹੀ ਫਿਰ ਜਦੋਂ ਗ੍ਰਸਤੀ ਜੀਵਨ ਸੰਬੰਧ ਪੈ ਗਿਆ, ਉਦੋਂ ਗਾਂ ਫਿਰ ਸਾਕ ਸੰਬੰਧੀਆਂ ਦੇ ਨਾਲ ਦੋਸਤੀ ਬਣਦੀ ਹੈ। ਭੰਡੋ ਚੱਲੈ ਰਾਹੂ। ਇਸਤਰੀ ਤੋਂ ਗਾਂ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀ ਜੀਵਾਂ ਦੀ ਪ੍ਰਕਿਰਿਆ ਹੈ ਉਹ ਚੱਲਦੀ ਹੈ। ਭੰਡ ਮੁਆ ਭੰਡ ਭਾਲੀਐ ਭੰਡ ਹੋਵੈ ਬੰਧਾਨ। ਮਹਾਰਾਜ ਸਾਹਿਬ ਜੀ ਕਹਿੰਦੇ ਬ੍ਰਾਹਮਣ ਜੀ ਤੁਸੀਂ ਤਰਕ ਕਿਵੇਂ ਕਰ ਸਕਦੇ ਹੋ? ਕਿਉਂਕਿ ਜਦੋਂ ਇਸਤਰੀ ਮਰ ਜਾਂਦੀ ਹੈ ਭੰਡ ਭਾਲੀਐ, ਫਿਰ ਜੀਵ ਸੋਚਦਾ ਮੈਂ ਦੂਜਾ ਵਿਆਹ ਕਰਾ ਲਾਂ। ਮਹਾਰਾਜ ਕਹਿੰਦੇ ਜਿਵੇਂ ਬ੍ਰਾਹਮਣ ਜੀ ਤੁਹਾਡੀ ਰੀਤੀ ਦੇ ਅਨੁਸਾਰ ਵੀ ਹੈ ਕਿ ਜਿਹੜਾ ਰੰਡਾ ਬ੍ਰਾਹਮਣ ਹੁੰਦਾ ਜਿਹਦਾ ਵਿਆਹ ਹੋਇਆ ਹੋਵੇ ਇਸਤਰੀ ਮਰ ਜੇ, ਮਹਾਰਾਜ ਸਾਹਿਬ ਕਹਿੰਦੇ ਨਾ ਤੇ ਉਹ ਜਗ ਕਰ ਸਕਦਾ, ਨਾ ਕੋਈ ਸ਼ਰਾਧ ਹੀ ਮਨਾ ਸਕਦਾ। ਸਤਿਗੁਰੂ ਜੀ ਕਹਿੰਦੇ ਉਹਨੂੰ ਦੂਜਾ ਵਿਆਹ ਕਰਾਉਣਾ ਪਵੇਗਾ, ਫੇਰ ਹੀ ਸੰਸਾਰ ਦੇ ਉੱਤੇ ਕੋਈ ਸੰਬੰਧ ਪੈਦਾ ਹੋਵੇਗਾ। ਨਹੀਂ ਤੇ ਉਹ ਨਾ ਤੇ ਉਹ ਜਗ ਕਰਾ ਸਕਦਾ ਹੈ, ਨਾ ਤੇ ਕੋਈ ਸ਼ਰਾਧ ਹੀ ਕਰਾ ਸਕਦਾ। ਮਹਾਰਾਜ ਸਾਹਿਬ ਕਹਿੰਦੇ ਤੁਸੀਂ ਕਿਵੇਂ ਕਹਿ ਸਕਦੇ ਹੋ ਇਸਤਰੀ ਜਾਤੀ ਮਾੜੀ ਹੈ? ਭੰਡ ਹੋਵੈ ਬੰਧਾਨ ਸੋ ਕਿਆ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਮਹਾਰਾਜ ਸਾਹਿਬ ਕਹਿੰਦੇ ਉਸ ਇਸਤਰੀ ਨੂੰ ਕਿਵੇਂ ਮਾੜਾ ਆਖ ਸਕਦੇ ਹਾਂ? ਜਿਹਦੀ ਕੁੱਖ ਤੋਂ ਰਾਜੇ ਪੈਦਾ ਹੋਏ, ਭਗਤ ਜਨ ਪੈਦਾ ਹੋਏ, ਉਹਨੂੰ ਅਸੀਂ ਮਾੜਾ ਕਿਵੇਂ ਕਹਿ ਸਕਦੇ ਹਾਂ? ਜਿਹੜੀ ਬ੍ਰਾਹਮਣ ਦੀ ਤੁਸੀਂ ਗੱਲ ਕਰਦੇ ਹੋ, ਤੁਸੀਂ ਵੀ ਤੇ ਇਸਤਰੀ ਦੀ ਕੁੱਖ ਚੋਂ ਪੈਦਾ ਹੋਏ ਹੋ, ਤੁਸੀਂ ਮਾੜਾ ਕਿਵੇਂ ਆਖ ਸਕਦੇ ਹੋ ਇਸਤਰੀ ਨੂੰ? ਇਸਤਰੀ ਜਾਤੀ ਤੋਂ ਤੇ ਰਾਜਾਨ ਵੱਡੇ ਵੱਡੇ ਛਤਰਪਤੀ ਰਾਜੇ, ਪੰਡਤ, ਭਗਤ ਜਨ, ਵਿਦਵਾਨ ਜਨ ਪੈਦਾ ਹੋਏ ਹਨ। ਭੰਡਹੁ ਹੀ ਭੰਡ ਉਪਜੈ ਭੰਡੈ ਬਾਝ ਨ ਕੋਇ। ਮਹਾਰਾਜ ਸਾਹਿਬ ਕਹਿੰਦੇ ਇਸਤਰੀ ਤੋਂ ਹੀ ਸ੍ਰੇਸ਼ਟ ਇਸਤਰੀ ਪੈਦਾ ਹੁੰਦੀ ਹੈ। ਔਰਤ ਦੀ ਕੁੱਖ ਚੋਂ ਹੀ ਚੰਗੀ ਔਰਤ ਦਾ ਜਨਮ ਹੁੰਦਾ। ਭੰਡੈ ਬਾਝ ਨਾ ਕੋਏ, ਤੇ ਇਸਤਰੀ ਤੋਂ ਬਾਹਰ ਮਹਾਰਾਜ ਸਾਹਿਬ ਕਹਿੰਦੇ ਕੋਈ ਵੀ ਨਹੀਂ। ਹਜੇ ਵੀ ਭਾਈ ਕਈ ਵਿਤਕਰਾ ਕਰਦੇ ਨੇ ਇਸਤਰੀਆਂ ਦੇ ਨਾਲ, ਛੋਟੀਆਂ ਛੋਟੀਆਂ ਬੱਚੀਆਂ ਨੂੰ ਕੁੱਖ ਦੇ ਵਿੱਚ ਹੀ ਮਾਰ ਦਿੰਦੇ ਨੇ, ਨਿੱਕੀਆਂ ਜਾਨਾਂ ਨੂੰ। ਮਹਾਰਾਜ ਸਾਹਿਬ ਜੀ ਕਹਿੰਦੇ ਪਰ ਇਸਤਰੀ ਤੋਂ ਬਗੈਰ ਤੇ ਕੋਈ ਪ੍ਰਕਿਰਿਆ ਹੋ ਹੀ ਨਹੀਂ ਸਕਦੀ। ਇਸਤਰੀ ਤੋਂ ਬਗੈਰ ਸੰਸਾਰ ਤੇ ਕੋਈ ਪੈਦਾ ਹੀ ਨਹੀਂ ਹੋ ਸਕਦਾ। ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਮਹਾਰਾਜ ਸਾਹਿਬ ਕਹਿੰਦੇ ਇਸਤਰੀ ਤੋਂ ਬਾਹਰ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਹਨ, ਜਿਹੜੇ ਅਜੂਨੀ ਸਰੂਪ ਹਨ, ਜਿਹੜੇ ਜੂਨਾਂ ਦੇ ਵਿੱਚ ਨਹੀਂ ਆਉਂਦੇ। ਬਸ ਬਾਕੀ ਸਾਰਾ ਸੰਸਾਰ ਜਿੰਨਾ ਹੈ ਸਾਰਾ ਹੀ ਇਸਤਰੀ ਤੋਂ ਪੈਦਾ ਹੁੰਦਾ। ਔਰਤ ਤੋਂ ਬਗੈਰ ਸੰਗਤ ਜੀ ਸੰਸਾਰ ਦੀ ਪ੍ਰਕਿਰਿਆ ਨਹੀਂ ਚੱਲ ਸਕਦੀ। ਗ੍ਰਸਤੀ ਜੀਵਨ ਦੇ ਵਿੱਚ ਔਰਤ ਪ੍ਰਧਾਨ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਔਰਤ ਜਾਤੀ ਨੂੰ ਕਦੀ ਨਿੰਦਣਾ ਨਹੀਂ ਚਾਹੀਦਾ, ਇਹਨੂੰ ਮਾੜਾ ਨਹੀਂ ਬੋਲਣਾ ਚਾਹੀਦਾ, ਕਿਉਂਕਿ ਜਿਹਦੀ ਕੁੱਖ ਤੋਂ ਰਾਜਾਨ ਪੈਦਾ ਹੁੰਦਾ ਹੈ, ਭਗਤ ਜਨ ਪੈਦਾ ਹੁੰਦਾ, ਸੰਤ ਮਹਾਂਪੁਰਖ ਪੈਦਾ ਹੁੰਦੇ ਨੇ, ਉਹ ਜਾਤੀ ਮਾੜੀ ਕਿਵੇਂ ਹੋ ਗਈ? ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲਿਆਂ ਦਾ ਨਾਮ ਅੱਜ ਕੱਲ੍ਹ ਹਰੇਕ ਨੌਜਵਾਨ ਦੀ ਛਾਤੀ 'ਤੇ ਲਿਖਿਆ ਹੋਇਆ। ਉਹ ਵੀ ਤੇ ਭਾਈ ਕਿਸੇ ਇਸਤਰੀ ਦੇ ਪੁੱਤਰ ਹੀ ਹਨ। ਇਸ ਕਰਕੇ ਇਸਤਰੀ ਜਾਤੀ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਜਿਨ੍ਹੇ ਇੰਨੇ ਜ਼ਿਆਦੇ ਤਗੜੇ ਬਲਸ਼ੀਲ ਜਾਨਸ਼ੀਨ ਮਹਾਂਪੁਰਖਾਂ ਨੂੰ ਜਨਮ ਦਿੱਤਾ। ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ।
ਇਸਤਰੀ ਤੋਂ ਬਾਹਰ ਤੇ ਕੇਵਲ ਵਾਹਿਗੁਰੂ ਪ੍ਰਮਾਤਮਾ ਹੀ ਹੈ। ਜਿਤ ਮੁਖ ਸਦਾ ਸਾਲਾਹੀਐ, ਭਾਗਾ ਰਤੀ ਚਾਰ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਮੁਖ ਦੇ ਨਾਲ ਔਰਤ ਤੇ ਇਸਤਰੀ ਸਲਾਉਂਦੇ ਨੇ, ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ, ਉਸ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਮਹਾਰਾਜ ਸਾਹਿਬ ਕਹਿੰਦੇ ਭਾਗਾ ਰਤੀ ਚਾਰ, ਉਹਨਾਂ ਦੇ ਬੜੇ ਚੰਗੇ ਭਾਗ ਨੇ, ਬੜੇ ਭਾਗਾਂ ਵਾਲੇ ਨੇ ਉਹ। ਕਿਉਂਕਿ ਸੰਗਤ ਜੀ ਕਿਸੇ ਕਿਸੇ ਦਾ ਹੀ ਜੋੜ ਜਿਹੜਾ ਚੰਗਾ ਫਿੱਟ ਹੁੰਦਾ ਹੈ, ਨਹੀਂ ਤੇ ਘਰ ਦੇ ਵਿੱਚ ਕਲੇਸ਼ ਜ਼ਿਆਦਾ ਰਹਿੰਦਾ ਹੈ, ਨਾਮ ਭਗਤੀ ਘਟ ਜਾਂਦੀ। ਧਨ ਫਿਰ ਇਹ ਨਾ ਆਖੀਐ ਬਹਿਨ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ ਧਨ ਫਿਰ ਕਹੀਐ ਸੋਏ। ਗੁਰਬਾਣੀ ਵਚਨ ਕਰਦੀ ਹੈ, ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ ਕਿ ਪਤੀ ਪਤਨੀ ਉਹ ਨਹੀਂ ਕਹਿ ਸਕਦੇ ਜਿਹੜੇ ਇਕੱਠੇ ਹੋ ਕੇ ਬਹਿੰਦੇ ਨੇ। ਏਕ ਜੋਤ ਦੋਇ ਮੂਰਤੀ ਧਨ ਫਿਰ ਕਹੀਐ ਸੋਏ। ਜਿਨ੍ਹਾਂ ਦੀ ਅੰਦਰੋਂ ਇੱਕ ਜੋਤ ਹੈ, ਮਹਾਰਾਜ ਸਾਹਿਬ ਕਹਿੰਦੇ ਉਹ ਅਸਲੀ ਪਤੀ ਪਤਨੀ, ਪਤੀ ਸਤੀ ਦਾ ਰਿਸ਼ਤਾ ਮੰਨਿਆ ਜਾਂਦਾ ਹੈ। ਉਹ ਇਹ ਨਹੀਂ ਕਹਿ ਸਕਦੇ ਜਿਹੜੇ ਬਾਹਰੋਂ ਇਕੱਠੇ ਬੈਠੇ ਨੇ ਅੰਦਰੋਂ ਵੀ ਇਕੱਠੇ ਹੋਣਗੇ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਉਹ ਭਾਗਾਂ ਵਾਲੇ ਨੇ ਇਸਤਰੀ ਤੇ ਪੁਰਸ਼ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਹਨ। ਨਾਨਕ ਤੇ ਮੁਖ ਉਜਲੇ, ਤਿਤ ਸੱਚੈ ਦਰਬਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਉਹਨਾਂ ਦੇ ਮੁਖੜੇ ਸੱਚਖੰਡ ਦੇ ਵਿੱਚ ਉਜਲੇ ਨੇ ਜਿਨ੍ਹਾਂ ਨੇ ਨਾਮ ਜਪਿਆ। ਜਿਨ੍ਹਾਂ ਨੇ ਨਾਮ ਨਹੀਂ ਸੰਗਤੀ ਜਪਿਆ ਉਹਨਾਂ ਨੂੰ ਕਿਤੇ ਥਾਂ ਨਹੀਂ ਮਿਲੀ, ਕੋਈ ਢੋਈ ਨਹੀਂ ਮਿਲੀ। ਬੜੇ ਦਰਾਂ ਤੇ ਭੜਕੇ ਨੇ ਉਹ, ਬੜੀਆਂ ਜਗ੍ਹਾਵਾਂ ਤੇ ਜਾ ਕੇ ਉਹਨਾਂ ਧੱਕੇ ਖਾਧੇ ਨੇ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਮੁਖੜੇ ਜਿਹੜੇ ਉਹਨਾਂ ਦੇ ਉਜਲੇ ਨੇ ਸੱਚੇ ਤੇ ਦਰਬਾਰ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਉਹ ਪ੍ਰਵਾਨ ਹੁੰਦੇ ਨੇ ਜਿਹੜੇ ਵਾਹਿਗੁਰੂ ਨੂੰ ਦਿਨ ਰਾਤ ਹੀ ਧਿਆਉਂਦੇ ਨੇ। ਪੌੜੀ ਸਭ ਕੋ ਆਖੈ ਆਪਣਾ, ਜਿਸ ਨਾਹੀ ਸੋ ਚੁਣ ਕੱਢੀਐ। ਮਹਾਰਾਜ ਸਾਹਿਬ ਜੀ ਕਹਿੰਦੇ ਸਾਰੇ ਪਰਮੇਸ਼ਰ ਨੂੰ ਆਪਣਾ ਆਪਣਾ ਕਹਿੰਦੇ ਨੇ, ਸਾਰੇ ਪਰਮੇਸ਼ਰ ਨੂੰ ਆਖਦੇ ਨੇ ਮਹਾਰਾਜ ਸਾਹਿਬ ਜੀ ਤੂੰ ਬੇਅੰਤ ਹੈ, ਤੇਰੇ ਵਰਗਾ ਕੋਈ ਨਹੀਂ, ਨਾ ਤੇਰੇ ਵਰਗਾ ਪਹਿਲੋਂ ਹੋਇਆ, ਨਾ ਹੁਣ ਹੈ, ਨਾ ਬਾਅਦੋਂ ਹੋਵੇਗਾ, ਜਿਸ ਨਾਹੀ ਸੋ ਚੁਣ ਕੱਢੀਐ। ਤੇ ਮਹਾਰਾਜ ਸਾਹਿਬ ਕਹਿੰਦੇ ਜਿਹੜੇ ਤਰਕ ਕਰਦੇ ਨੇ ਨਾ ਕਿ ਰੱਬ ਨਹੀਂ ਹੈਗਾ, ਕੋਈ ਕਰਮ ਕੁਰਮ ਨਹੀਂ ਹੁੰਦੇ, ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਵੱਖਰੇ ਤੇ ਕੱਢ ਕੇ ਵੇਖੋ, ਤਰਕਵਾਦੀਆਂ ਨੂੰ, ਉਹਨਾਂ ਨਾਸਤਕਾਂ ਨੂੰ ਵੱਖਰੇ ਕੱਢ ਕੇ ਵੇਖੋ, ਜਿਸ ਨਾਹੀ ਸੋ ਚੁਣ ਕੱਢੀਐ। ਕਿਉਂਕਿ ਉਹਦੇ ਬਗੈਰ ਤੇ ਸੰਗਤ ਜੀ ਕੁਝ ਹੈ ਹੀ ਨਹੀਂ। ਜੋ ਪੇਖਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹੋਰ ਤੇ ਸੰਗਤ ਜੀ ਵਾਹਿਗੁਰੂ ਤੋਂ ਬਗੈਰ ਕੁਝ ਵੀ ਨਹੀਂ। ਜਿੰਨਾ ਕੁਝ ਦੇਖਿਆ ਨਾ ਅਸੀਂ ਤੇ ਜਿੰਨਾ ਕੁਝ ਨਹੀਂ ਵੀ ਵੇਖਿਆ, ਇਹ ਸਾਰਾ ਕੁਝ ਹੀ ਵਾਹਿਗੁਰੂ ਤੋਂ ਬਗੈਰ ਨਹੀਂ ਹੋ ਸਕਦਾ। ਇਹ ਵਾਹਿਗੁਰੂ ਦੀ ਸਦਾ ਕਰਕੇ ਹੀ ਹੈ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਡੀਐ। ਇਹ ਤੇ ਆਪੋ ਆਪਣਾ ਕੀਤਾ ਹੈ, ਕਰਮਾਂ ਸੰਧੜਾ ਖੇਤ ਹੈ, ਜਿੰਨੇ ਜਿਹੋ ਜਿਹਾ ਬੀਜਾ ਉਹਨੂੰ ਵੱਢਣਾ ਪਵੇਗਾ। ਜੇ ਕਿਸੇ ਨੇ ਪਾਪ ਕਮਾਏ ਤੇ ਦਰਗਾਹ ਦੇ ਵਿੱਚ ਉਹਨੂੰ ਭਾਈ ਪਾਪੀ ਕਿਹਾ ਜਾਵੇਗਾ। ਜੇ ਕਿਸੇ ਨੇ ਧਰਮ ਦੀ ਕਮਾਈ ਕੀਤੀ ਤੇ ਉਹਨੂੰ ਧਰਮੀ ਪੁਰਸ਼ ਕਿਹਾ ਜਾਵੇਗਾ। ਉਹਨੂੰ ਤੇ ਫਿਰ ਮਹਾਰਾਜ ਸਾਹਿਬ ਕਹਿੰਦੇ ਦਰਗਾਹ ਦੇ ਵਿੱਚ ਵੀ ਜਿਵੇਂ VIP ਨਹੀਂ ਆਉਂਦਾ ਇੱਥੇ, ਇਵੇਂ ਦਰਗਾਹ ਦੇ ਵਿੱਚ ਸਤਿਕਾਰ ਹੁੰਦਾ ਉਹਦਾ। ਆਓ ਬੈਠ ਆਦਰ ਸੁਭ ਦੇ, ਬੜਾ ਜ਼ਿਆਦਾ ਸਤਿਕਾਰ ਕਰਦੇ ਨੇ ਉਹਦਾ ਭਗਤ ਜਨ ਦਾ, ਜਿਹਨੇ ਧਰਮ ਨੂੰ ਕਮਾਇਆ। ਪਰ ਜਿੰਨੇ ਸੰਗਤ ਜੀ ਪਾਪ ਕਮਾਏ ਨਾ, ਉਹਦੀ ਤੇ ਹਾਲਤ ਬਾਹਲੀ ਬੁਰੀ ਕੀਤੀ ਜਮਾਂ ਨੇ, ਬਾਹਲੀ ਜ਼ਿਆਦਾ। 18 ਕੋੜ ਦੇ ਨਰਕ ਮੰਨੇ ਨੇ, ਉਹਨਾਂ ਦੇ ਵਿੱਚ ਵਾਸਾ ਹੁੰਦਾ ਹੈ ਗਾਂ ਦੀ ਗਾਂ। ਵੱਖਰੇ ਵੱਖਰੇ ਲੈਵਲ ਨੇ ਇਹਨਾਂ ਦੇ। ਜਿਵੇਂ ਸਕੂਲ ਦੀਆਂ ਕਲਾਸਾਂ ਹੁੰਦੀਆਂ, ਪਹਿਲੀ ਥੋੜ੍ਹੀ ਜਿਹੀ ਹੋਰ, ਦੂਜੀ ਉਦੋਂ ਟਫ, ਤੀਜੀ ਜਿਹੜੀ ਉਦੋਂ ਗਾਂ ਫਿਰ ਗੰਭੀਰ ਆ ਜਾਂਦੀ। ਗਾਂ ਦੀ ਗਾਂ ਕਲਾਸਾਂ ਦੇ ਲੈਵਲ ਵਧੀ ਜਾਂਦੇ ਨੇ। ਇਸੇ ਪ੍ਰਕਾਰ 18 ਨਰਕ ਮੰਨੇ ਨੇ ਇਕੱਲੇ ਕੋੜ ਦੇ। ਇਹਨਾਂ ਦੇ ਗਾਂ ਦੀ ਗਾਂ ਲੈਵਲ ਨੇ। ਤੇ ਜਿਨ੍ਹਾਂ ਨੇ ਪਾਪ ਕਮਾਏ ਸੰਗਤ ਜੀ, ਫਿਰ ਉਹਨਾਂ ਨੂੰ ਸਹਿਣੇ ਵੀ ਪੈਂਦੇ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਢੀਐ। ਆਪਣਾ ਲੇਖਾ ਜੀਵ ਨੂੰ ਆਪਣੇ ਆਪ ਹੀ ਸਹਿਣਾ ਪੈਂਦਾ। ਇਹ ਨਹੀਂ ਕਿ ਜੇ ਗੁਨਾਹ ਪੁੱਤ ਨੇ ਕੀਤਾ ਤੇ ਪਿਓ ਭੁਗਤੀ ਜਾਊਗਾ। ਉਹ ਸੱਚੇ ਦੀ ਦਰਗਾਹ ਦੇ ਅੰਦਰ ਜਿੰਨੇ ਭਾਈ ਗੁਨਾਹ ਕੀਤਾ,
ਭੁਗਤਣਾ ਵੀ ਉਹਨੂੰ ਪਵੇਗਾ। ਜਾ ਰਹਿਣਾ ਨਾਹੀ ਐਤ ਜਗ, ਤਾ ਕਾਇਤ ਗਰਭ ਹੰਡੀਐ। ਮਹਾਰਾਜ ਸਾਹਿਬ ਕਹਿੰਦੇ ਜਦੋਂ ਸੰਸਾਰ ਤੇ ਸਦਾ ਰਹਿਣਾ ਹੈ, ਰਾਣਾ ਰਾਵਣਾ ਕੋ ਰਹਿ ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਜਦੋਂ ਸੰਸਾਰ ਤੇ ਪੱਕੇ ਰਹਿਣਾ ਹੀ ਨਹੀਂ ਕਿਸੇ ਨੇ, ਕਿਸੇ ਨੇ ਆਪਦੇ ਪੱਕੇ ਮਹਿਲ ਨਹੀਂ ਛੱਤੇ ਸੰਸਾਰ ਤੇ, ਕਿ ਮੈਂ ਜਿੰਨਾ ਚਿਰ ਸੰਸਾਰ ਉਨਾ ਚਿਰ ਰਵਾਂਗਾ। ਮਹਾਰਾਜ ਸਾਹਿਬ ਕਹਿੰਦੇ ਇਹ ਜਿਹੜਾ ਤ੍ਰਿਗੁਣੀ ਸੰਸਾਰ ਤੇ ਕੋਈ ਅਜੇ ਤੱਕ ਰਿਹਾ ਨਹੀਂ, ਤਾਂ ਕਾਇਤ ਗਰਭ ਹੰਡੀ ਹੈ। ਫਿਰ ਹੰਕਾਰ ਕਿਉਂ ਕਰਨਾ, ਇਹ ਕਿਉਂ ਕਹਿਣਾ ਆਹ ਚੀਜ਼ ਮੇਰੀ ਹੈ, ਤੂੰ ਮੇਰੀ ਚੀਜ਼ ਛੱਡ ਦੇ, ਇਹ ਵਸਤੂ ਮੇਰੀ ਹੈ। ਮਹਾਰਾਜ ਸਾਹਿਬ ਕਹਿੰਦੇ ਹੰਕਾਰ ਨਹੀਂ ਕਦੇ ਕਰਨਾ ਚਾਹੀਦਾ। ਥੋੜਾ ਸਮਾਂ ਜ਼ਿੰਦਗੀ ਮਿਲੀ ਸੰਸਾਰ ਤੇ ਕਿ ਉਹਨੂੰ ਵੀ ਆਪਾਂ ਹੰਕਾਰ ਦੇ ਵਿੱਚ ਹੀ ਗਵਾਤਾ ਕਿ ਮੇਰਾ ਪੁੱਤ ਬੜਾ ਜਾਣਸ਼ੀਨ ਹੈ, ਮੇਰਾ ਪੁੱਤ ਬੜਾ ਦਿਮਾਗੀ ਹੈ, ਹੋਰ ਮੇਰੇ ਪੁੱਤ ਵਰਗਾ ਹੋਰ ਕੋਈ ਪੁੱਤ ਹੀ ਨਹੀਂ ਹੋ ਸਕਦਾ, ਮੇਰੇ ਧੀਆਂ ਪੁੱਤ ਬੜੇ ਤੇਜ਼ ਨੇ, ਮੇਰੇ ਕੋਲ ਧਨ ਬੜਾ ਜ਼ਿਆਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਕਦੀ ਹੰਕਾਰ ਨਹੀਂ ਕਰਨਾ ਚਾਹੀਦਾ। ਹੋਵੇ ਗੁਰੂ ਨਾਨਕ ਦਾ ਸਿੱਖ, ਪੰਜਾਂ ਕਕਾਰਾਂ ਦੀ ਰਹਿਣੀ ਬਹਿਣੀ ਵਾਲਾ ਹੋਵੇ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਵੇ, ਕਦੀ ਸੰਗਤ ਜੀ ਹੰਕਾਰ ਨਾ ਕਰੋ। ਕਿਉਂਕਿ ਜੇ ਰੱਬ ਦਾ ਹੋਵੇ, ਰੱਬ ਨੂੰ ਧੋਖਾ ਦੇਵੇ ਨਾ, ਫਿਰ ਨੁਕਸਾਨ ਜ਼ਿਆਦਾ ਹੋਵੇਗਾ। ਇੱਕ ਤੇ ਜਿਹੜਾ ਹੋਇਆ ਹੀ ਨਹੀਂ ਰੱਬ ਦਾ, ਉਹਨੂੰ ਤੇ ਸਜ਼ਾ ਮਿਲਣੀ ਮਿਲਣੀ, ਪਰ ਜਿਹੜਾ ਰੱਬ ਦਾ ਹੋਵੇ ਵੀ ਰੱਬ ਨੂੰ ਧੋਖਾ ਦੇਵੇ ਸੰਗਤ ਜੀ, ਉਹਦਾ ਨੁਕਸਾਨ ਜ਼ਿਆਦਾ ਹੁੰਦਾ। ਇਸ ਕਰਕੇ ਕਦੀ ਵੀ ਸੰਸਾਰ ਤੇ ਰਹਿ ਕੇ ਜੀਵ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਇੱਕ ਦਿਨ ਚਲੇ ਸਾਰਿਆਂ ਨੇ ਜਾਣਾ, ਜੀਤੇ ਹੰਕਾਰ ਕਰਕੇ ਜਿਹਨੂੰ ਮਾੜਾ ਕਿਹਾ ਚਲੇ ਉਹਨੇ ਵੀ ਜਾਣਾ, ਤੇ ਜਿੰਨੇ ਮਾੜਾ ਕਿਹਾ ਚਲੇ ਉਹਨੇ ਵੀ ਜਾਣਾ। ਇਸ ਕਰਕੇ ਹੰਕਾਰ ਤੇ ਕਦੀ ਕਰਨਾ ਹੀ ਨਹੀਂ ਚਾਹੀਦਾ। ਮੰਦਾ ਕਿਸੈ ਨਾ ਆਖੀਐ, ਪੜ ਅੱਖਰ ਇਹੋ ਬੁੱਝੀਐ। ਕਿਸੇ ਨੂੰ ਕਦੀ ਵੀ ਮਾੜਾ ਨਹੀਂ ਆਖਣਾ ਚਾਹੀਦਾ। ਇਹ ਨਹੀਂ ਕਿ ਹੁਣ ਕੋਈ ਧਰਮ ਦੇ ਗਲ ਦੇ ਵਿੱਚ ਫੰਦਾ ਪਾ ਦੇ ਤੇ ਅਸੀਂ ਉਹਨੂੰ ਮਾੜਾ ਨਾ ਆਖੀਏ, ਇਹ ਨਹੀਂ ਗੱਲ। ਪਰ ਵੈਸੇ ਕਿਸੇ ਨੂੰ ਮਾੜਾ ਨਹੀਂ ਆਖਣਾ ਚਾਹੀਦਾ। ਇੱਦਾਂ ਦੇ ਭਾਈ 84 ਦੇ ਵਿੱਚ ਸੰਤ ਵੀ ਚੁੱਪ ਕਰਕੇ ਬਹਿ ਜਾਂਦੇ। ਫਿਰ ਜਦੋਂ ਕਿਸੇ ਨੇ ਮਾੜਾ ਆਖਿਆ ਫਿਰ ਉਹਨੂੰ ਸਬਕ ਵੀ ਸਿਖਾਉਣਾ ਚਾਹੀਦਾ ਭਾਈ, ਪਰ ਵੈਸੇ ਨਹੀਂ ਕਿਸੇ ਨੂੰ ਮਾੜਾ ਆਖਣਾ ਚਾਹੀਦਾ ਕਿ ਉਹ ਬੜਾ ਮਾੜਾ ਹੈ, ਉਹਨੇ ਪਾਪ ਬੜੇ ਕਮਾਏ ਨੇ। ਜਦੋਂ ਉਹਨੇ ਸਾਡੇ ਨਾਲ ਕੁਝ ਮਾੜਾ ਨਹੀਂ ਕੀਤਾ, ਸਾਡਾ ਕੁਝ ਵਿਗਾੜਿਆ ਹੀ ਨਹੀਂ, ਮਹਾਰਾਜ ਸਾਹਿਬ ਕਹਿੰਦੇ ਉਹਨੂੰ ਮੰਦਾ ਕਿਉਂ ਆਖਣਾ। ਆਪਦੇ ਉੱਤੇ ਚਿੱਕੜ ਆਪ ਕਿਉਂ ਪਾਉਣਾ ਜਦ ਅਗਲੇ ਨੇ ਸਾਨੂੰ ਕੁਝ ਕਿਹਾ ਹੀ ਨਹੀਂ। ਇਹ ਤੇ ਜੀਵ ਦੇ ਕਰਮ ਨੇ, ਕੋਈ ਮੰਦੇ ਕਰੀ ਜਾਂਦਾ, ਕੋਈ ਚੰਗੇ ਕਰੀ ਜਾਂਦਾ ਹੈ, ਪਰ ਕਿਸੇ ਨੂੰ ਸੰਗਤ ਜੀ ਮਾੜਾ ਨਹੀਂ ਆਖਣਾ ਚਾਹੀਦਾ। ਜਿਸ ਪ੍ਰਕਾਰ ਧਰਮ ਵੀ ਸਾਰੇ ਚੰਗੇ ਨੇ, ਧਰਮ ਨੂੰ ਵੀ ਕਿਸੇ ਨੂੰ ਮਾੜਾ ਨਹੀਂ ਆਖਣਾ ਚਾਹੀਦਾ। ਜੇ ਕੋਈ ਬ੍ਰਾਹਮਣ ਹੈ ਤੇ ਬ੍ਰਾਹਮਣ ਧਰਮ ਦੇ ਵਿੱਚ ਪੱਕਾ ਰਵੇ ਤੇ ਮਾੜਾ ਨਹੀਂ ਆਖਣਾ ਚਾਹੀਦਾ ਉਹਨੂੰ। ਜੇ ਕੋਈ ਮੁਸਲਮਾਨ ਨੂੰ ਮਾੜਾ ਨਹੀਂ ਆਖਣਾ ਚਾਹੀਦਾ। ਜੇ ਕੋਈ ਈਸਾਈ ਧਰਮ ਦੇ ਵਿੱਚ, ਉਹਨੂੰ ਨਹੀਂ ਮਾੜਾ ਆਖਣਾ ਚਾਹੀਦਾ। ਜੇ ਕੋਈ ਗੁਰੂ ਦਾ ਸਿੱਖ ਬਣਿਆ, ਉਹਨੂੰ ਨਹੀਂ ਕਦੀ ਨਿੰਦਣਾ ਚਾਹੀਦਾ। ਲੈ ਹੁਣ ਗਾਤਰਾ ਪਾ ਲਿਆ ਇਹਨੇ, ਪਹਿਲਾਂ ਇਹ ਹੋਰ ਕੋਈ ਸੀ, ਹੁਣ ਗਾਤਰਾ ਪਾ ਲਿਆ, ਹੁਣ ਸਿੱਖ ਬਣ ਗਿਆ। ਕਦੀ ਨਾ ਕਿਸੇ ਨੂੰ ਸੰਗਤ ਜੀ ਮਾੜਾ। ਜਿਹੜੀ ਚੀਜ਼ ਤੋਂ ਡੱਕਣਾ ਚਾਹੀਦਾ, ਟੋਕਣਾ ਚਾਹੀਦਾ, ਉਹ ਤੋਂ ਜ਼ਰੂਰ ਡੱਕੋ। ਹੁਣ ਮਹਾਰਾਜ ਸਾਹਿਬ ਜੀ ਨੇ ਆਪਣੇ ਸਰਵਣ ਕੀਤਾ ਪਿਛਲੇ ਸ਼ਲੋਕਾਂ ਦੇ ਅੰਦਰ ਕਿ ਬ੍ਰਾਹਮਣਾਂ ਨੂੰ ਕਰਮਕਾਂਡ ਸਮਝਾਏ ਨੇ ਕਿ ਤੁਸੀਂ ਕੀ ਪਖੰਡ ਕਰਦੇ ਹੋ, ਤੁਸੀਂ ਆਪਦੇ ਧਰਮ ਦੇ ਵਿੱਚ ਪੱਕੇ ਕਿਉਂ ਨਹੀਂ ਰਹਿੰਦੇ। ਇਸ ਕਰਕੇ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਪਰ ਜੇ ਕੋਈ ਰਾਹ ਤੋਂ ਭੁੱਲਿਆ ਹੋਵੇ, ਭਟਕਿਆ ਹੋਵੇ, ਉਹਨੂੰ ਰਾਹ ਜ਼ਰੂਰ ਪਾਉਣਾ ਚਾਹੀਦਾ। ਪੜ ਅੱਖਰ ਇਹੋ ਬੁੱਝੀ ਹੈ। ਜਿਹੜਾ ਗੁਰਬਾਣੀ ਦਾ ਸਿਧਾਂਤ ਹੈ, ਜੋ ਮਹਾਰਾਜ ਸਾਹਿਬ ਜੀ ਅੱਖਰ ਬਖਸ਼ਦੇ ਨੇ, ਗਿਆਨ ਬਖਸ਼ਦੇ ਨੇ, ਉਹਨੂੰ ਪੜ੍ਹ ਕੇ ਜ਼ਰੂਰ ਬੁੱਝਣਾ ਚਾਹੀਦਾ ਹੈ। ਮੂਰਖੈ ਨਾਲ ਨਾ ਲੁੱਝੀਐ, ਤੇ ਕਦੀ ਵੀ ਹੰਕਾਰੀ ਪੁਰਖ ਦੇ ਨਾਲ ਨਹੀਂ ਲੁੱਝਣਾ ਚਾਹੀਦਾ। ਜਿਹੜਾ ਆਪਦੀ ਗੱਲ ਹੀ ਸੁਣਾਉਂਦਾ, ਕਿਸੇ ਦੀ ਨਹੀਂ ਸੁਣਦਾ, ਜ਼ਿਆਦਾ ਮੂਰਖਪੁਣੇ 'ਚ ਰਹਿੰਦਾ, ਆਪਦੇ ਮੂੰਹ ਦੀ ਗੱਲ ਹੀ ਰੱਖਦਾ। ਜਿਹੜੀ ਮੂੰਹ ਤੇ ਆ ਗਈ ਉਹ ਕਰਤੀ, ਫਿਰ ਉਹ ਤੋਂ ਪਿੱਛੇ ਨਹੀਂ ਹਟਣਾ। ਜਿਹੜੀ ਇੱਕ ਵਾਰੀ ਮੂੰਹ ਤੇ ਗੱਲ ਕਰਤੀ, ਉਦੋਂ ਮਹਾਰਾਜ ਸਾਹਿਬ ਕਹਿੰਦੇ ਜਿਹੜਾ ਪਿੱਛੇ ਨਹੀਂ ਨਾ ਹਟਦਾ, ਭਾਵੇਂ ਗੱਲ ਉਹ ਗਲਤ ਹੀ ਹੋਵੇ, ਪਰ ਕਹਿਣਾ ਕਿ ਹੁਣ ਮੈਂ ਕਹਿ ਦਿੱਤੀ, ਹੁਣ ਮੈਂ ਪਿੱਠ ਨਹੀਂ ਲੱਗਣ ਦੇਣੀ। ਮਹਾਰਾਜ ਸਾਹਿਬ ਕਹਿੰਦੇ ਉਹਦੇ ਨਾਲ ਲੁੱਝਣਾ ਹੀ ਨਹੀਂ ਚਾਹੀਦਾ। ਕਦੀ ਨਾ ਝਗੜਾ ਕਰੋ ਉਹਦੇ ਨਾਲ, ਹੰਕਾਰੀ ਜੀਵ ਦੇ ਨਾਲ, ਜਿਹੜਾ ਆਪਦੀ ਗੱਲ ਦੇ ਮਤਲਬ ਦੇ ਬਦਲੇ ਕਿਸੇ ਨਾਲ ਲੜੀ ਜਾਵੇ। ਇਸ ਕਰਕੇ ਮੂਰਖਾਂ ਦੇ ਨਾਲ ਕਦੀ ਝਗੜਾ ਨਹੀਂ ਕਰਨਾ ਚਾਹੀਦਾ।
ਸਾਰਿਆਂ ਦੇ ਨਾਲ ਪ੍ਰੇਮ ਦੀ ਪਰਿਭਾਸ਼ਾ ਦੇ ਵਿੱਚ ਰਹਿਣਾ ਚਾਹੀਦਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਸੰਗਤ ਜੀ ਪ੍ਰੇਮ ਕੀਤਾ ਨਾ ਵਾਹਿਗੁਰੂ ਦੇ ਨਾਲ, ਸਾਰਿਆਂ ਦੇ ਵਿੱਚ ਰੱਬ ਦੀ ਜੋਤ ਮੰਨੀ, ਉਹਨੇ ਪ੍ਰਭੂ ਪਰਮਾਤਮਾ ਨੂੰ ਪਾਇਆ। ਧੰਨਵਾਦ ਹੈ ਗੁਰੂ ਕੀ ਸੰਗਤ ਦਾ। ਗੁਰੂ ਘਰ ਆਏ ਭਾਈ, ਬੜਾ ਸਮਾਂ ਸਫਲਾ ਹੈ ਗੁਰੂ ਕੀ ਵਿਚਾਰ ਸਰਵਣ ਕੀਤੀ। ਕਿਉਂਕਿ ਸੰਗਤ ਜੀ ਕਹਿੰਦੇ ਨੇ ਕਿ ਜਿੰਨੇ ਗੁਰਬਾਣੀ ਦੀ ਕਥਾ ਸਰਵਣ ਕਰ ਲਈ ਨਾ, ਉਹਨੂੰ ਤੇ ਲਾਭ ਇੰਨਾ ਮਿਲਦਾ ਕੋਈ ਕਹਿ ਹੀ ਨਹੀਂ ਸਕਦਾ। ਜਿਹੜੇ ਬ੍ਰਾਹਮਣ 68 ਤੀਰਥਾਂ ਤੇ ਭਟਕਦੇ ਫਿਰਦੇ ਨੇ ਅਜੇ ਤੱਕ, ਮਹਾਰਾਜ ਸਾਹਿਬ ਕਹਿੰਦੇ ਉਹਨਾਂ ਨੂੰ ਫਲ ਨਹੀਂ ਮਿਲਦਾ ਜਿਹੜਾ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਹਰ ਕੀਆਂ ਕਥਾ ਕਹਾਣੀਆਂ ਸੁਣ ਕੇ ਮਿਲ ਜਾਂਦਾ। ਇਸ ਕਰਕੇ ਈਰਖਾ ਦਵੈਖ ਨੂੰ ਛੱਡੀਏ, ਧਰਮਾਂ ਦੇ ਵਿੱਚ ਭਾਈ ਪੱਕੇ ਹੋਈਏ। ਜੇ ਕੋਈ ਰਾਹ ਤੋਂ ਭੁੱਲਿਆ ਉਹਨੂੰ ਰਾਹੇ ਪਾਈਏ। ਕਿਸੇ ਦੇਹਧਾਰੀ ਪਖੰਡੀ ਗੁਰੂ ਨੂੰ ਕਦੀ ਨਾ ਭੁੱਲ ਕੇ ਸੰਗਤ ਜੀ ਮੰਨੀ, ਕਿਉਂਕਿ ਰੋਜ਼ ਬੇਨਤੀ ਕਰੀਦੀ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਲੜ ਲੱਗਣਾ ਜ਼ਰੂਰੀ ਹੈ। ਬਿਨ ਹਰ ਭਜਨ ਨਹੀਂ ਛੁਟਕਾਰਾ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਸੰਗਤ ਜੀ ਅਖੀਰ ਨੂੰ ਕਿਸੇ ਨੇ ਬਾਂਹ ਨਹੀਂ ਫੜਨੀ। ਭਾਵੇਂ ਕੋਈ ਪੋਤੀ ਹੋਵੇ, ਜਿੰਨਾ ਮਰਜ਼ੀ ਕਰਦਾ ਹੋਵੇ ਆਪਦੇ ਮਾਂ ਪਿਓ ਦਾ, ਪਰ ਉਹਨੇ ਵੀ ਅਖੀਰ ਨੂੰ ਬਾਂਹ ਨਹੀਂ ਫੜਨੀ। ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਂਹ ਫੜਨੀ ਹੈ। ਮਹਾਰਾਜ ਸਾਹਿਬ ਜੀ ਤੇ ਲੜ ਲੱਗੀ ਹੈ। ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ, ਗੁਰੂ ਘਰ ਆਇਆ ਕਰੋ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਭਾਈ ਅੰਮ੍ਰਿਤ ਛਕੋ। ਗੁਰਸਿੱਖ ਬਣੋ, ਗੁਰੂ ਵਾਲੇ ਬਣੋ। ਆਓ 5 ਮਿੰਟ ਵਾਹਿਗੁਰੂ ਗੁਰਮੰਤਰ ਦੀ ਹਾਜ਼ਰੀ ਲਗਾਈਏ। ਸਾਰਿਆਂ ਦਾ ਭਲਾ ਹੋ ਜੇ ਭਾਈ। ਈਰਖਾ ਦਵੈਖ ਨੂੰ ਛੱਡ ਕੇ ਮਨੋ ਬਿਰਤਿਆਂ ਨੂੰ ਇਕਾਗਰ ਕਰੀਏ। ਸੋਚੀਏ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪ੍ਰਤੱਖ ਬੈਠੇ ਨੇ ਸਾਨੂੰ ਦਰਸ਼ਨ ਦੇਣ ਦੇ ਵਾਸਤੇ। ਸਾਰੇ ਭਾਈ ਆਪੋ ਆਪਣਾ ਪਾਰ ਉਤਾਰਾ ਕਰਵਾਈਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ। ਗੁਰੂ ਗ੍ਰੰਥ ਸਾਹਿਬ ਜੀ ਸੰਗਤ ਜੀ ਰੋਜ਼ ਨਵਾਂ ਉਪਦੇਸ਼ ਬਖਸ਼ਦੇ। ਇਹ ਨਹੀਂ ਕਿ ਇੱਕੋ ਹੀ ਉਪਦੇਸ਼, ਨਵੀਂ ਸਿੱਖਿਆ ਰੋਜ਼ ਸਿੱਖ ਨੂੰ ਨਵਾਂ ਢੰਗ ਦੱਸਦੇ ਨੇ ਨਾਮ ਜਪਣ ਦਾ। ਗੁਰ ਸਿੱਖਾ ਆਹ ਤਰੀਕਾ ਵਰਤ, ਇਸ ਪ੍ਰਕਾਰ ਗੁਰਸਿੱਖੀ ਧਾਰਨ ਕਰ। ਇਸ ਕਰਕੇ ਜਿਹੜਾ ਸਾਹਿਬ ਵੀ ਨਿਤ ਨਵਾਂ ਹੈ ਭਾਈ, ਨਵੇਂ ਨਵੇਂ ਉਪਦੇਸ਼ ਬਖਸ਼ਦੇ ਨੇ ਮਹਾਰਾਜ ਸਾਹਿਬ ਜੀ। ਇਸ ਕਰਕੇ ਉਹਨਾਂ ਦੇ ਲੜ ਲੱਗਣ ਦੀ ਲੋੜ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਫੜਨ ਦੀ ਲੋੜ ਹੈ। ਸਾਰਿਆਂ ਦਾ ਧੰਨਵਾਦ ਗੁਰੂ ਘਰ ਆਏ, ਇਹਦੇ ਵਿੱਚ ਹੀ ਭਾਈ ਭਲਾ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਗੁਰੂ ਕੀ ਸਾਧ ਸੰਗਤ ਸਤਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਹਨ। ਕਿਰਪਾ ਮੇਰਾ ਕਰਨ ਬਖਸ਼ ਲੈਣ ਜੀ। ਮੰਦਾ ਕਿਸੈ ਨਾ ਆਖੀਐ, ਪੜ ਅੱਖਰ ਇਹੋ ਬੁੱਝੀਐ। ਮੂਰਖੈ ਨਾਲ ਨਾ ਲੁਝੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अघनाश। हे पूरन हे सर्व मैं दुख भंजन गुणतास। हे संगी हे निरंकार हे निर्गुण सब टेका। हे गोबिंद हे गुण निधान जाकै सदा विवेका। हे अपरंपर हर हरे है भी होवनहार। हे संत कै सदा संग निधारा धार। हे ठाकुर हौ दासरो मैं निर्गुण गुण नहीं बोए। नानक दीजै नाम दान राखो हिय करोवे। आए प्रा
ਪ੍ਰਭ ਸਰਣਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਮਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਦਾ ਕਰ ਸੀਵੰਦੇ, ਗੁਰ ਪਾਰ ਉਤਾਰਨ ਹਾਰ। ਤਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਕਰੈ ਸਦਾ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਕਰੈ ਸਦਾ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ